साखी का हिंदी वर्जन देखने के लिए डिस्क्रिप्शन देखें। श्री गुरु नानक देव जी ਦੇ ਤੇਜ ਦੀ ਗਾਥਾ ਸਾਰੇ ਪਾਸੇ ਫੈਲ ਗਈ ਸੀ ਅਤੇ ਸਾਰੇ ਪਾਸੇ ਉਹਨਾਂ ਦੁਆਰਾ ਕੀਤੇ ਗਏ ਮਾਨਵ ਕਲਿਆਣ ਦੇ ਕਾਰਜਾਂ ਦਾ ਗੁਣਗਾਨ ਹੋ ਰਿਹਾ ਸੀ। ਦੁਨੀ ਚੰਦ ਨਾਂ ਦਾ ਵਿਅਕਤੀ ਜੋ ਲਾਹੌਰ ਤੋਂ ਸੀ, ਉਹ ਇੱਕ ਅਮੀਰ ਇਨਸਾਨ ਦਾ ਪੁੱਤਰ ਸੀ ਅਤੇ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਉਸਦੀ ਕੋਠੀ ਤੇ 7 ਝੰਡੇ ਲੱਗੇ ਹੋਏ ਸਨ। ਹਰ ਝੰਡਾ ਉਹਨਾਂ ਦੀ ਸੰਪਤੀ ਨੂੰ ਦਰਸਾਉਂਦਾ ਸੀ। ਉਹ ਬਹੁਤ ਹੀ ਅਮੀਰ ਵਿਅਕਤੀ ਸੀ। श्री गुरु नानक देव जी उस शहर विच पधारे। गुरु जी ने नदी के किनारे अपना डेरा लगाया। उत्थे ਉਹ ਲੋਕਾਂ ਨੂੰ ਸਿੱਖਿਆਵਾਂ ਦਿੰਦੇ ਸਨ। ਪਿੰਡ ਦੇ ਸਾਰੇ ਲੋਕ ਆ ਰਹੇ ਸਨ ਅਤੇ ਗੁਰੂ ਜੀ ਨੂੰ ਨਮਸਕਾਰ ਕਰਕੇ ਆਪਣਾ ਸਥਾਨ ਗ੍ਰਹਿਣ ਕਰ ਰਹੇ ਸਨ। ਭਾਈ ਦੁਨੀ ਚੰਦ ਜੀ ਵੀ ਉੱਥੇ ਆਏ। ਉਹ ਗੁਰੂ ਜੀ ਦੇ ਨੂਰਾਨੀ ਦਰਸ਼ਨ ਕਰਕੇ ਮੰਤਰ ਮੁਗਧ ਹੋ ਗਏ ਅਤੇ ਉਹਨਾਂ ਨੇ ਮਨ ਹੀ ਮਨ ਵਿੱਚ ਸੋਚਿਆ, ਜਿਵੇਂ ਸੁਨਿਆ ਸੀ ਉਸ ਤੋਂ ਕਈ ਅਧਿਕ ਪਾਇਆ ਹੈ। ਅੱਜ ਤੱਕ ਮੈਂ ਕਈ ਸਾਧੂ ਸੰਤ ਫਕੀਰ ਦੇਖੇ ਹਨ, ਪਰ ਜੋ ਆਨੰਦ ਮੈਨੂੰ ਗੁਰੂ ਜੀ ਦੇ ਦਰਸ਼ਨਾਂ ਨਾਲ ਮਿਲਿਆ ਹੈ, ਇਹ ਜਿਹਾ ਪਹਿਲੇ ਕभी ਨਹੀਂ ਮਿਲਿਆ। ਉਹ ਵੀ ਉੱਥੇ ਹੀ ਬੈਠ ਗਏ ਅਤੇ ਗੁਰੂ ਜੀ ਦਾ ਉਪਦੇਸ਼ ਸੁਣਨ ਲੱਗੇ। ਦੁਨੀ ਚੰਦ ਬਹੁਤ ਹੀ ਧਨੀ ਵਿਅਕਤੀ ਸਨ, ਪਰ ਨਾ ਹੀ ਉਹ ਕੰਜੂਸ ਸਨ ਤੇ ਨਾ ਹੀ ਉਹ ਲੋਕਾਂ ਨੂੰ ਆਪਣੇ ਫਾਇਦੇ ਲਈ ਕਸ਼ਟ ਦਿੰਦੇ ਸਨ। ਉਹ ਸਿਰਫ ਸਧਾਰਨ ਸੁਭਾਅ ਦੇ ਹੀ ਵਪਾਰੀ ਸਨ, ਪਰ ਉਹਨਾਂ ਦਾ ਮਨ ਹਮੇਸ਼ਾ ਕਾਰੋਬਾਰ ਦੇ ਨਫੇ ਨੁਕਸਾਨ ਵਿੱਚ ਹੀ ਲੱਗਿਆ ਰਹਿੰਦਾ ਸੀ। ਜਦੋਂ ਗੁਰੂ ਜੀ ਦਾ ਸਤਸੰਗ ਸਮਾਪਤ ਹੋਇਆ ਤਾਂ ਉਹਨਾਂ ਨੇ ਗੁਰੂ ਜੀ ਨੂੰ ਪ੍ਰਣਾਮ ਕੀਤਾ ਅਤੇ ਗੁਰੂ ਜੀ ਨੇ ਉਹਨਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਗੁਰੂ ਜੀ, ਕੱਲ ਮੇਰੇ ਪਿਤਾ ਜੀ ਦੀ ਪੁण्य ਤਿਥੀ ਹੈਗੀ। ਪਿਤਾ ਜੀ ਦੀ ਪੁण्य ਤਿਥੀ ਦੇ ਅਸੀਂ ਦੁਪਹਿਰ ਨੂੰ ਭੋਜਨ ਦਾ ਪ੍ਰਬੰਧ ਕੀਤਾ ਹੈ ਅਤੇ ਪਾਠ ਪੂਜਾ ਵੀ ਹੋਵੇਗੀ। ਆਪ ਸਾਰੇ ਪਾਸੇ ਗਏ ਹੋ ਅਤੇ ਲੋਕਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਹੈ। ਕਿਰਪਾ ਕਰਕੇ ਆਪ ਮੇਰੇ ਘਰ ਵੀ ਪਧਾਰੇ ਤੇ ਆਪਣਾ ਆਸ਼ੀਰਵਾਦ ਸਾਨੂੰ ਵੀ ਦੇਵੋ। ਗੁਰੂ ਜੀ ਨੇ ਪੁੱਛਿਆ, ਸ਼੍ਰੀਮਾਨ ਜੀ, ਆਪ ਜੀ ਆਪਣਾ परिचय ਦਵੋ। ਗੁਰੂ ਜੀ, ਮੈਂ ਤਾਂ ਆਪਕਾ ਸੇਵਕ ਹਾਂ। ਇਸ ਸ਼ਹਿਰ ਵਿੱਚ ਆਪਣਾ ਕਾਰੋਬਾਰ ਚਲਾਉਂਦਾ ਹਾਂ। ਕਾਰੋਬਾਰੀ ਤਾਂ ਆਪਣੇ ਕਾਰੋਬਾਰ ਦੇ ਬਾਰੇ ਵਿੱਚ ਹੀ ਸੋਚਦਾ ਰਹਿੰਦਾ ਹੈ। ਉਦੰਡ ਮੈਂ ਵੀ ਹਾਂ। ਆਪ ਜੀ ਦੇ ਬਾਰੇ ਵਿੱਚ ਬੜਾ ਸੁਣਿਆ ਹੈ, ਇਸ ਲਈ ਮੈਂ ਚਾਹੁੰਦਾ ਹਾਂ ਕਿ ਆਪ ਜੀ ਆਪਣੇ ਕਰ ਕਮਲਾ ਸਾਡੇ ਘਰ ਵਿੱਚ ਪਾਓ। ਗੁਰੂ ਜੀ ਕਹਿਣ ਲੱਗੇ, ਠੀਕ ਹੈ, ਕੱਲ ਮੈਂ ਆਪ ਜੀ ਦੇ ਘਰ ਆ ਜਾਵਾਂਗਾ। ਬਹੁਤ ਮਿਹਰਬਾਨੀ ਗੁਰੂ ਜੀ, ਮੈਂ ਖੁਦ ਆਵਾਂਗਾ ਆਪ ਜੀ ਨੂੰ ਲੈਣੇ। ਤੁਹਾਨੂੰ ਖੁਦ ਆਉਣ ਦੀ ਜਾਂ ਕਿਸੇ ਨੂੰ ਵੀ ਮੈਨੂੰ ਲੈਣ ਦੇ ਲਈ ਭੇਜਣ ਦੀ ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਚਿੰਤਾ ਨਾ ਕਰੋ, ਮੈਂ ਖੁਦ ਹੀ ਆ ਜਾਵਾਂਗਾ। ਇਹ ਸੁਣ ਕੇ ਦੁਨੀ ਚੰਦ ਬਹੁਤ ਪ੍ਰਸੰਨ ਹੋਏ। ਅਗਲੇ ਦਿਨ ਗੁਰੂ ਜੀ ਦੁਨੀ ਚੰਦ ਦੇ ਘਰ ਪਹੁੰਚੇ। ਸਾਰੇ ਪ੍ਰਬੰਧ ਹੋ ਚੁੱਕੇ ਸਨ। ਪੂਰੇ ਸ਼ਹਿਰ ਦੇ ਬ੍ਰਾਹਮਣ ਪੁੰਨ ਤਿਥੀ ਤੇ ਆਏ ਹੋਏ ਸਨ। ਬ੍ਰਾਹਮਣਾਂ ਤੋਂ ਇਲਾਵਾ ਸਾਧੂ ਸੰਤ ਵੀ ਪਧਾਰੇ ਸਨ। ਬ੍ਰਾਹਮਣ ਪੁੰਨ ਤਿਥੀ ਦੀ ਕਿਰਿਆ ਕਰਵਾ ਰਹੇ ਸਨ। ਦੁਨੀ ਚੰਦ ਦੇ ਦੋਸਤ, ਰਿਸ਼ਤੇਦਾਰ ਅਤੇ ਹੋਰ ਕਾਰੋਬਾਰੀ ਮਿੱਤਰ ਵੀ ਇਸ ਸਮਾਰੋਹ ਵਿੱਚ ਸ਼ਾਮਲ ਹੋਏ। ਪਰ ਇਸ ਸਾਰੀ ਘਟਨਾ ਤੋਂ ਇਲਾਵਾ ਇੱਕ ਹੋਰ ਘਟਨਾ ਵੀ ਘਟ ਰਹੀ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਜੋ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਸਮਾਰੋਹ ਅਤੇ ਦਿਖਾਵੇ ਤੋਂ ਦੂਰ ਰੱਖਦੇ ਸਨ, ਉਹ ਵੀ ਪਧਾਰੇ ਸਨ। ਸਾਰੇ ਲੋਕ ਉੱਥੇ ਭੋਜਨ ਕਰਨ ਅਤੇ ਦਾਨ ਦਖਨਾ ਦੇ ਲਾਲਚ ਦੇ ਲਈ ਆਏ ਹੋਏ ਸਨ, ਪਰ ਗੁਰੂ ਜੀ ਉੱਥੇ ਕਿਸੇ ਹੋਰ ਤਰ੍ਹਾਂ ਦੇ ਮੋਹ ਦੇ ਕਾਰਨ ਨਹੀਂ ਪਧਾਰੇ ਸਨ। ਪਰ ਉਹਨਾਂ ਦੇ ਇੱਥੇ ਪਧਾਰਨ ਦਾ ਕੁਝ ਹੋਰ ਹੀ ਰਾਜ ਸੀ। ਖਾਣ ਦਾ ਸਮਾਂ ਹੋ ਰਿਹਾ ਸੀ। ਪਾਠ ਪੂਜਾ ਖਤਮ ਹੋ ਚੁੱਕੀ ਸੀ। ਦੁਨੀ ਚੰਦ ਨੇ ਗੁਰੂ ਜੀ ਨੂੰ ਭੋਜਨ ਕਰਨ ਲਈ ਕਿਹਾ। ਗੁਰੂ ਜੀ, ਸਾਰੇ ਭੋਜਨ ਕਰ ਰਹੇ ਹਨ, ਆਪ ਜੀ ਵੀ ਭੋਜਨ ਕਰੋ, ਆਓ ਪਧਾਰੋ। ਗੁਰੂ ਜੀ ਕਹਿਣ ਲੱਗੇ, ਮੈਂ ਬਾਅਦ ਵਿੱਚ ਭੋਜਨ ਕਰਾਂਗਾ, ਤੁਸੀਂ ਸਾਰਿਆਂ ਨੂੰ ਭੋਜਨ ਕਰਵਾਓ। ਸਾਰੇ ਬ੍ਰਾਹਮਣ ਸਾਧੂ ਸੰਤ ਭੋਜਨ ਕਰਕੇ ਆਪਣੀ ਦਖਨਾ ਲੈ ਕੇ ਉੱਥੋਂ ਚਲੇ ਗਏ। ਹੁਣ ਦੁਨੀ ਚੰਦ ਉਸ ਕਮਰੇ ਵਿੱਚ ਆ ਗਏ ਜਿੱਥੇ ਉਹਨਾਂ ਨੇ ਗੁਰੂ ਜੀ ਨੂੰ ਬਿਠਾਇਆ ਸੀ। ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਪੁੱਛਿਆ, ਗੁਰੂ ਜੀ, ਸਾਰੇ ਮਹਿਮਾਨਾਂ ਨੇ ਭੋਜਨ ਕਰ ਲਿੱਤਾ ਹੈਗਾ, ਆਪ ਜੀ ਆਓ, ਪਧਾਰੋ ਅਤੇ ਭੋਜਨ ਕਰੋ। ਮੈਂ ਖੁਦ ਆਪ ਜੀ ਨੂੰ ਭੋਜਨ ਪਰੋਸਾਂਗਾ। ਗੁਰੂ ਜੀ ਮੁਸਕਰਾਏ ਅਤੇ ਦੁਨੀ ਚੰਦ ਨੂੰ ਕਹਿਣ ਲੱਗੇ, ਦੁਨੀ ਚੰਦ, ਅੱਜ ਤੁਹਾਡੇ ਘਰ ਵਿੱਚ ਕੀ ਸਮਾਰੋਹ ਹੈ ਅਤੇ ਇਹ ਕਿਉਂ ਕੀਤਾ ਜਾ ਰਿਹਾ ਹੈ? ਗੁਰੂ ਜੀ, ਅੱਜ ਮੇਰੇ ਪਿਤਾ ਜੀ ਦੀ ਪੁण्य ਤਿਥੀ ਹੈਗੀ। ਗੁਰੂ ਜੀ ਕਹਿਣ ਲੱਗੇ, ਬਸ ਇਹੀ? ਬ੍ਰਾਹਮਣੋਂ ਨੇ ਪਾਠ ਪੂਜਾ ਕੀਤੀ ਹੈ। ਗੁਰੂ ਜੀ ਨੇ ਪੁੱਛਿਆ, ਇਹ ਸਭ ਕਰਨ ਦਾ ਕੀ ਉਦੇਸ਼ ਹੈ?
ਸਾਰੇ ਬ੍ਰਾਹਮਣੋਂ ਨੇ ਭੋਜਨ ਕੀਤਾ ਹੈਗਾ ਅਤੇ ਪਾਠ ਪੂਜਾ ਕੀਤੀ ਹੈ ਅਤੇ ਆਪ ਜੀ ਵੀ ਸੰਤ ਪਧਾਰੇ ਹਨ। ਨਿਸ਼ਚਿਤ ਹੀ ਮੇਰੀ ਪੂਜਾ ਸਫਲ ਹੋ ਗਈ ਹੈ ਅਤੇ ਮੇਰੇ ਪਿਤਾ ਜੀ ਤ੍ਰਿਪਤ ਹੋਣਗੇ। ਗੁਰੂ ਜੀ ਨੇ ਕਿਹਾ, ਸੁਨੋ ਦੁਨੀ ਚੰਦ, ਜਿਸ ਉਦੇਸ਼ ਲਈ ਤੁਸੀਂ ਇਹ ਸਭ ਕੁਝ ਕੀਤਾ ਹੈ ਉਹ ਪੂਰਾ ਨਹੀਂ ਹੋਇਆ। ਸਾਰੇ ਬ੍ਰਹਮਣਾਂ ਦਾ ਪੇਟ ਭਰ ਗਿਆ ਹੈ, ਪਰ ਤੁਹਾਡੇ ਪਿਤਾ ਜੀ ਦਾ ਨਹੀਂ। ਮੌਤ ਪਿੱਛੋਂ ਉਹਨਾਂ ਨੇ ਭੇੜੀਏ ਦਾ ਜਨਮ ਲਿਆ ਹੈ ਅਤੇ ਅੱਜ ਉਹ ਭੇੜੀਆ 3 ਦਿਨਾਂ ਤੋਂ ਭੁੱਖਾ ਹੈ। ਇਹ ਆਪ ਕੀ ਕਹਿ ਰਹੇ ਹੋ? ਇਹਨਾਂ ਕੁਝ ਕਰਨ ਪਿੱਛੋਂ ਵੀ ਮੇਰੇ ਪਿਤਾ ਜੀ ਭੁੱਖੇ ਹਨ ਤੇ ਉਹ ਇੱਕ ਭੇੜੀਆ ਬਣ ਕੇ ਪੈਦਾ ਹੋਏ ਹਨ। ਗੁਰੂ ਜੀ ਕਹਿਣ ਲੱਗੇ, ਤੁਸੀਂ ਸਹੀ ਸੁਣਿਆ ਹੈ ਦੁਨੀ ਚੰਦ। ਦੁਨੀ ਚੰਦ ਨੇ ਆਪਣੇ ਹੱਥਾਂ ਨੂੰ ਜੋੜ ਕੇ ਗੁਰੂ ਜੀ ਤੋਂ ਪੁੱਛਿਆ, ਗੁਰੂ ਜੀ ਕਿਰਪਾ ਕਰਕੇ ਦੱਸੋ ਮੇਰੇ ਪਿਤਾ ਜੀ ਕਿੱਥੇ ਹਨ? ਉਹ ਕਿਉਂ ਭੁੱਖੇ ਹਨ? ਕਿ ਮੈਂ ਉਹਨਾਂ ਨੂੰ ਮਿਲ ਸਕਦਾ ਹਾਂ ਜਾਂ ਉਹ ਮੇਰੀ ਪਹੁੰਚ ਦੇ ਪਰੇ ਹਨ? ਕਿਰਪਾ ਕਰਕੇ ਮੇਰੇ ਤੇ ਦਇਆ ਖਾਓ ਤੇ ਮੇਰੇ ਪ੍ਰਸ਼ਨਾਂ ਦਾ ਉੱਤਰ ਦੇਵੋ। ਗੁਰੂ ਜੀ ਕਹਿਣ ਲੱਗੇ, ਉੱਤਰ ਦਿਸ਼ਾ ਵਿੱਚ ਨਦੀ ਕਿਨਾਰੇ ਜੰਗਲ ਵੱਲ ਜਾਓ। ਉੱਥੇ ਤੁਸੀਂ ਦੇਖੋਗੇ ਕਿ ਇੱਕ ਭੇੜੀਆ ਭੁੱਖਾ ਲੇਟਿਆ ਹੋਇਆ ਏ। ਡਰਨਾ ਨਾ, ਉੱਥੇ ਤੁਸੀਂ ਆਪਣੇ ਪਿਤਾ ਜੀ ਨੂੰ ਹੀ ਮਿਲੋਗੇ ਤੇ ਉਹ ਖੁਦ ਹੀ ਦੱਸਣਗੇ ਕਿ ਭੋਜਨ ਉਹਨਾਂ ਕੋਲ ਪਹੁੰਚਿਆ ਹੈ ਜਾਂ ਨਹੀਂ। ਦੁਨੀ ਚੰਦ ਤੁਰੰਤ ਉਸ ਸਥਾਨ ਵੱਲ ਚੱਲ ਪਏ। ਉਹ ਉਸ ਸਥਾਨ ਤੱਕ ਪਹੁੰਚ ਗਏ ਜਿੱਥੇ ਉਹਨਾਂ ਨੂੰ ਗੁਰੂ ਜੀ ਨੇ ਜਾਣ ਲਈ ਕਿਹਾ ਸੀ। ਉੱਥੇ ਇੱਕ ਭੁੱਖਾ ਭੇੜੀਆ ਲੇਟਿਆ ਹੋਇਆ ਸੀ। ਦੁਨੀ ਚੰਦ ਨੇ ਜਿਵੇਂ ਹੀ ਕਦਮ ਅੱਗੇ ਵਧਾਇਆ, ਉਸ ਭੇੜੀਏ ਦੇ ਸਰੀਰ ਵਿੱਚੋਂ ਧੂਆਂ ਉੱਠਣ ਲੱਗਾ। ਥੋੜੀ ਦੇਰ ਵਿੱਚ ਹੀ ਉਸ ਧੂਏ ਨੇ ਉਹਨਾਂ ਦੇ ਪਿਤਾ ਦੀ ਆਕ੍ਰਿਤੀ ਲੈ ਲਈ। ਉਹਨਾਂ ਨੇ ਆਪਣੇ ਪਿਤਾ ਨੂੰ ਪ੍ਰਣਾਮ ਕੀਤਾ ਤੇ ਪੁੱਛਿਆ, ਪਿਤਾ ਜੀ, ਮੈਂ ਆਪ ਜੀ ਦੀ ਪੁण्य तिथि पे साधु संतां ਨੂੰ ਬੁਲਾਇਆ ਤੇ ਭੋਜਨ ਖਿਲਾਇਆ। ਕੀ ਆਪ ਤ੍ਰਿਪਤ ਹੋ ਗਏ ਹਨ? ਕੀ ਆਪ ਨੂੰ ਭੋਜਨ ਮਿਲ ਗਿਆ ਹੈ? ਨਹੀਂ ਦੁੱਲੀ ਚੰਦ, ਮੈਨੂੰ ਭੋਜਨ ਨਹੀਂ ਮਿਲਿਆ। ਕੀ ਆਪ ਪਾਸ ਸਮਰੋਹ ਦਾ ਭੋਜਨ ਨਹੀਂ ਪਹੁੰਚਿਆ? ਨਾ, अभी तक तो नहीं पहुंचिया। पर क्यों पुत्र? यह सब एक व्यापार बन चुका है, किथे भी प्यार नहीं है। सब जो तुसी किता है एक दिखावा मात्र है। मेरे तृप्ति नहीं हुई। जो सारे आए सी उन्हां नू तो भोजन मिल गया, ये दक्षिणा भी मिल गई, उन्हां दी तृप्ति हो गई है, पर मेरी नहीं। पिता जी, आप इस दशा विच किवें? मेरा बचपन तो ही ईश्वर नाल कोई नाता नहीं सीगा। कोई पाठ नहीं किता, कोई पूजा नहीं कीती। मैं अपना पूरा जीवन सिर्फ धन कमान बारे विच सोचदਿਆ ਰਿਹਾ, पर ईश्वर दा नाम नहीं लिया। ਤਾਂ ਮੈਨੂੰ ਕੋਈ ਸੱਚਾ ਗੁਰੂ ਵੀ ਨਹੀਂ ਮਿਲਿਆ ਜਿਨ੍ਹਾਂ ਨੂੰ ਮੈਨੂੰ ਸੱਚਾ ਗਿਆਨ ਸਮਝਾ। ਜੋ ਲੋਕੀ ਮੈਂ ਗੁਰੂ ਸਮਝਿਆ ਉਹ ਮੈਨੂੰ ਪਾਖੰਡ ਵਿੱਚ ਫਸਾਏ ਰੱਖਿਆ। ਉਹਨਾਂ ਨੇ ਤਾਂ ਸਿਰਫ ਮੇਰੀ ਦੁਆਰਾ ਕੀਤੀ ਪੂਜਾ ਤੋਂ ਆਪਣਾ ਫਾਇਦਾ ਹੀ ਚੱਕਿਆ ਤੇ ਮੈਨੂੰ ਸਭ ਕੁਝ ਕਰਕੇ ਵੀ ਕੁਝ ਨਾ ਮਿਲਿਆ। ਮੇਰੇ ਕੀਤੇ ਕਰਮਾਂ ਕਰਕੇ ਮੈਨੂੰ ਭੇੜੀਆ ਜੂਨ ਵਿੱਚ ਪੈਦਾ ਹੋਣਾ ਪਿਆ। ਪਰ आज ਤੁਸੀਂ ਜਿਸ ਸੰਤ ਨੂੰ ਬੁਲਾਇਆ ਹੈ ਉਹੀ ਸੱਚੇ ਗੁਰੂ ਹੈ। ਕੌਣ ਸੰਤ ਪਿਤਾ ਜੀ? ਉਹਨਾਂ ਦੀ ਵਜ੍ਹਾ ਕਰਕੇ ਮੈਨੂੰ ਮੁਕਤੀ ਮਿਲ ਗਈ ਹੈ ਤੇ ਤੁਹਾਡਾ ਜੀਵਨ ਸਫਲ ਹੋ ਗਿਆ ਹੈ। ਦੁਨੀ ਚੰਦ ਨੂੰ ਰਸਤਾ ਦਿਖਾ ਕੇ ਗੁਰੂ ਜੀ ਅਗਲੀ ਯਾਤਰਾ ਲਈ ਚੱਲ ਪਏ। ਸਤਨਾਮ ਸ਼੍ਰੀ ਵਾਹਿਗੁਰੂ।